ਅੰਮ੍ਰਿਤ ਬਾਣੀ ਜੀ ਹਰ ਹਰ ਜਿਵੇਂ ਕਿਸਾਨ ਕਿਸਾਨੀ ਕਰਦਾ ਹੈ ਤੇ ਉਸ ਨੂੰ ਪੁੱਛੋ ਕਿ ਭਾਈ ਤੂੰ ਹੱਡ ਭੰਨ, ਇਹ ਕਮਾਈ ਜਿਹੜੀ ਹੈ, ਕਿਸਾਨੀ ਜਿਹੜੀ ਹੈ, ਕਿਉਂ ਕਰਦਾ ਹੈ? ਇਹਦੇ ਪਿੱਛੇ ਤੇਰਾ ਮਨੋਰਥ ਕੀ ਹੈ? ਤੇ ਉਹ ਆਖੇਗਾ ਕਿ ਮੇਰਾ ਮਨੋਰਥ ਚੰਗੀ ਫਸਲ ਉਪਜਾ ਕੇ ਚੰਗਾ ਮੁੱਲ ਪ੍ਰਾਪਤ ਕਰਨਾ ਹੈ। ਉਸ ਕੀਤੀ ਹੋਈ ਪ੍ਰਾਪਤ ਪੈਸੇ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਣਾ, ਆਪਣੇ ਬੱਚਿਆਂ ਨੂੰ ਪਾਲਣਾ, ਇਹ ਮੇਰਾ ਮਨੋਰਥ ਹੈ। ਕਹਿੰਦੇ ਦੁਕਾਨਦਾਰ ਦੁਕਾਨ ਚਲਾਉਂਦਾ ਹੈ, ਵਪਾਰੀ ਵਪਾਰ ਕਰਦਾ ਹੈ, ਮਜ਼ਦੂਰ ਜਿਹੜਾ ਮਜ਼ਦੂਰੀ ਕਰਦਾ ਹੈ, ਵਿਦਿਆਰਥੀ ਜਿਹੜਾ ਵਿੱਦਿਆ ਪ੍ਰਾਪਤ ਕਰਨ ਲਈ ਤਤਪਰ ਰਹਿੰਦਾ ਹੈ। ਇਹਨਾਂ ਸਾਰਿਆਂ ਨੂੰ ਪੁੱਛੋ ਵੀ ਇਹਨਾਂ ਉਪਰਾਲਿਆਂ ਦੇ ਪਿੱਛੇ ਤੁਹਾਡਾ ਕੀ ਮਨੋਰਥ ਹੈ? ਸਾਰੇ ਇਹੋ ਕਹਿਣਗੇ ਵੀ ਧਨ ਕਮਾ ਕੇ ਧਨ ਤੋਂ ਪ੍ਰਾਪਤ ਸੁੱਖ ਸਾਧਨਾ ਦੁਆਰਾ ਸੁਖੀ ਜੀਵਨ ਪ੍ਰਾਪਤ ਕਰਨਾ ਹੀ ਸਾਡਾ ਮਨੋਰਥ ਹੈ। ਸੋ ਇਸੇ ਪ੍ਰਕਾਰ ਵੱਡੇ ਭਾਗਾਂ ਦੁਆਰਾ 84 ਲੱਖ ਜੂਨਾਂ ਦੇ ਭ੍ਰਮਣ ਤੋਂ ਬਾਅਦ ਇਹ ਜਿਹੜੀ ਦੁਰਲੱਭ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਹ ਪਰਮਾਤਮਾ ਦੀ ਇੱਕ ਅਮੋਲਕ ਦਾਤ ਹੈ, ਇੱਕ ਅਦੁੱਤੀ ਉਹਨਾਂ ਦੀ ਸਾਡੇ ਤੇ ਬਖਸ਼ਿਸ਼ ਹੈ। ਤੇ ਆਖਰੇ ਪ੍ਰਾਪਤ ਹੋਇਆ ਜਿਹੜਾ ਦੁਰਲੱਭ ਮਨੁੱਖਾ ਜਨਮ ਹੈ, ਜ਼ਰੂਰ ਕਹਿੰਦੇ ਕਿਸੇ ਮਨੋਰਥ ਦੀ ਪੂਰਤੀ ਲਈ ਪ੍ਰਾਪਤ ਹੋਇਆ ਹੋਊਗਾ। ਜੇ ਐਡਾ ਵੱਡਾ ਦੁਰਲੱਭ ਜਾਮਾ ਸਾਨੂੰ ਮਿਲਿਆ ਹੈ, ਇਹਦੇ ਪਿੱਛੇ ਕੋਈ ਮਨੋਰਥ ਹੈ। ਇਸ ਬਾਰੇ ਜੀਵ ਨੂੰ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ। ਐਸੇ ਬਖਸ਼ਿਸ਼ ਭਰੇ ਦੁਰਲੱਭ ਜਨਮ ਦਾ ਕੀ ਮਨੋਰਥ ਹੈ, ਇਹ 'ਤੇ ਵਿਚਾਰ ਕਰਨੀ ਜ਼ਰੂਰੀ ਹੈ। ਵੱਖ-ਵੱਖ ਧਰਮਾਂ, ਜਾਤੀਆਂ ਤੇ ਵੱਖ-ਵੱਖ ਵਿਚਾਰਵਾਨਾਂ ਨੇ ਆਪੋ ਆਪਣੀ ਮੱਤ ਅਨੁਸਾਰ ਜੀਵਨ ਮਨੋਰਥ ਦਾ ਵਰਣਨ ਕੀਤਾ ਹੈ। ਸਿੱਖ ਧਰਮ ਦੇ ਧਾਰਨੀ ਗੁਰੂ ਦੀ ਮੱਤ ਅਨੁਸਾਰ ਹੀ ਜੀਵਨ ਮਨੋਰਥ ਅਪਣਾਉਂਦੇ ਨੇ, ਜਿਸ ਦੀ ਟੇਕ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਤ ਬਾਣੀ ਰੂਪ ਵਿੱਚ ਪ੍ਰਗਟ ਹੈ। ਤਾਂ ਤੇ ਆਓ ਸਤਿਗੁਰੂ ਪਾਤਸ਼ਾਹ ਜੀ ਤੋਂ ਹੀ ਜੀਵਨ ਮਨੋਰਥ ਦੇ ਪਰਥਾਏ ਗੁਰਮਤਿ ਸਿਧਾਂਤ ਸਮਝ ਕੇ ਕਮਾ ਕੇ ਪਰਮੇਸ਼ਰ ਤੇ ਜੀਵ ਵਿਚਕਾਰ ਪਈ ਹੋਈ ਜਿਹੜੀ ਵਿੱਥ ਹੈ, ਉਹਨੂੰ ਮਿਟਾ ਕੇ ਪਰਮੇਸ਼ਰ ਦੇ ਨਾਲ ਇੱਕਮਿਕ ਹੋਣ ਦੀ ਯੁਗਤ ਨੂੰ ਅਪਣਾਈਏ, ਜਿਸ ਸਦਕਾ ਜੀਵਨ ਯਾਤਰਾ ਸਫਲ ਹੋ ਸਕੇ। ਪਾਤਸ਼ਾਹ ਜੀ ਸਮਝਾਉਣਾ ਕਰਦੇ ਹਨ ਕਿ ਮਨੁੱਖੀ ਜਾਮੇ ਦਾ ਇੱਕੋ ਇੱਕ ਮਨੋਰਥ ਹੈ ਕਿ ਗੋਬਿੰਦ ਦਾ ਮਿਲਾਪ, ਅਤੇ ਇਸ ਮਿਲਾਪ ਲਈ ਦੁਰਲੱਭ ਮਨੁੱਖੀ ਜਨਮ ਇੱਕੋ ਵਾਰੀ ਮਿਲਿਆ ਹੈ ਤੇ ਆਖਰੀ ਵਾਰੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਤੇਰੀ ਵਾਰੀ ਹੈ ਤੇ ਇਹ ਵਾਰੀ ਬਹੁਤ ਚਿਰ ਬਾਅਦ ਤੈਨੂੰ ਮਿਲੀ ਹੈ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ। ਬੜੇ ਚਿਰ ਤੋਂ ਬਾਅਦ ਪਤਾ ਨਹੀਂ ਕਿੰਨੇ ਯੁੱਗ ਬਤੀਤ ਹੋ ਗਏ ਨੇ ਤੇ ਤੈਨੂੰ ਇਹ ਮਨੁੱਖਾ ਦੀ ਮਿਲੀ ਹੈ। ਸੋ ਜਿੱਥੇ ਸਾਹਿਬ ਸਤਿਗੁਰੂ ਜੀ ਸਮਝਾ ਗਏ ਨੇ ਕਿ ਜੀਵਨ ਦਾ ਮਨੋਰਥ ਕੇਵਲ ਪਰਮੇਸ਼ਰ ਦਾ ਮਿਲਾਪ ਹੀ ਹੈ। ਦੂਜਾ, ਮਨੁੱਖੀ ਜਾਮਾ ਇੱਕੋ ਇੱਕ ਵਾਰੀ ਹੈ। ਮਨੁੱਖੀ ਜਾਮੇ ਦੁਆਰਾ ਹੀ, ਮਨੁੱਖ ਸਰੀਰ ਦੁਆਰਾ ਹੀ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ। ਹੋਰ ਬਾਕੀ 84 ਲੱਖ ਜੂਨਾਂ ਦੇ ਵਿੱਚੋਂ ਕੋਈ ਵੀ ਸਰੀਰ ਪ੍ਰਾਪਤ ਕਰਕੇ ਪਰਮਾਤਮਾ ਦੇ ਨਾਮ ਨਾਲ ਨਹੀਂ ਮਿਲਿਆ ਜਾ ਸਕਦਾ। ਸਿਰਫ ਮਨੁੱਖਾ
ਸਰੀਰ ਦੇ ਵਿੱਚ ਹੀ ਇਹੋ ਜਿਹੇ ਸਾਧਨ ਹਨ, ਇਹੋ ਜਿਹਾ ਕੁਝ ਪਰਮਾਤਮਾ ਨੇ ਫਿੱਟ ਕੀਤਾ ਹੈ ਕਿ ਜਿਨ੍ਹਾਂ ਸਾਧਨਾਂ ਦੁਆਰਾ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਜੋਤ ਅਕਾਲ ਪੁਰਖ ਵਾਹਿਗੁਰੂ ਦੀ ਸਾਰਿਆਂ ਦੇ ਅੰਦਰ ਹੈ, ਸਾਰੇ ਜੀਵਾਂ ਦੇ ਅੰਦਰ ਹੈ, ਹਰੇਕ ਦੇ ਹਿਰਦੇ ਦੇ ਵਿੱਚ ਹੈ। ਪਰ ਉਸ ਪਰਮਾਤਮਾ ਦਾ ਮਿਲਾਪ ਜੇ ਹੋ ਸਕਦਾ ਹੈ ਤਾਂ ਉਹ ਮਨੁੱਖਾਂ ਦੀ ਨਾਲ ਹੀ ਹੋ ਸਕਦਾ। ਇਸੇ ਕਰਕੇ ਪਾਤਸ਼ਾਹ ਜੀ ਨੇ ਕਿਹਾ, ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਸੇ ਕਰਕੇ ਤਾਂ ਮਨੁੱਖ ਦੇਹ ਨੂੰ ਜਿਹੜੇ ਦੇਵਤੇ ਹਨ ਉਹ ਵੀ ਲੋਚਦੇ ਹਨ, ਕਿਉਂਕਿ ਅੰਤ ਉਹਨਾਂ ਦਾ ਵੀ ਆ ਜਾਣਾ ਹੈ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਈ ਸ਼ਿਵਜੀ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਇਸ ਸੰਸਾਰ ਤੇ ਕੋਈ ਵੀ ਆਕਾਰ ਰਹਿਣਾ ਨਹੀਂ ਹੈ, ਉਹਨਾਂ ਨੂੰ ਵੀ ਮੌਤ ਹੋਣੀ ਹੈ। ਇਸ ਕਰਕੇ ਉਹ ਵੀ ਇਹ ਮਨੁੱਖਾ ਦੇਹ ਨੂੰ ਲੋਚਦੇ ਨੇ ਵੀ ਸਾਨੂੰ ਵੀ ਮਨੁੱਖਾ ਦੇਹ ਮਿਲ ਜਾਏ, ਅਸੀਂ ਵੀ ਇਸ ਮਨੁੱਖਾ ਦੇਹੀ ਦੇ ਨਾਲ ਸੇਵਾ ਭਗਤੀ ਕਰਕੇ ਤੇ ਆਪਣਾ ਆਉਣਾ ਜਾਣਾ ਜਿਹੜਾ ਹੈ ਖਤਮ ਕਰ ਲਈਏ। ਆਪਣੀ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਦੁਬਦਾ ਖਤਮ ਹੋ ਜਾਏ, ਸਾਡੀ ਵੀ ਆਤਮਾ ਜਿਹੜੀ ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏ, ਜੀਵ ਦਾ ਆਉਣਾ ਜਾਣਾ ਖਤਮ ਹੋ ਜਾਏ। ਉਹ ਵੀ ਲੋਚਦੇ ਆ, ਕਹਿੰਦੇ ਇਸ ਕਰਕੇ ਮਨੁੱਖੀ ਜਾਮਾ ਇੱਕੋ ਇੱਕ ਵਾਰੀ ਹੈ। ਭਗਤ ਕਬੀਰ ਜੀ ਕਹਿੰਦੇ, ਜੋ ਬਨ ਫਲ ਪਾਕੇ ਭੋਏ ਗਰੇ, ਪੌਰ ਨਾ ਲਾਗੇ ਡਾਰ। ਕਹਿੰਦੇ ਜਿਵੇਂ ਪੱਕਿਆ ਹੋਇਆ ਫਲ ਡਿੱਗ ਪਏ ਦੁਬਾਰਾ ਨਹੀਂ ਲੱਗਦਾ, ਇਸੇ ਪ੍ਰਕਾਰ ਮਨੁੱਖਾ ਦੇ ਵੀ ਵਾਰ-ਵਾਰ ਨਹੀਂ ਮਿਲਦੀ, ਇਹ ਆਖਰੀ ਵਾਰੀ ਹੈ। ਇਸ ਪੌੜੀ ਤੇ ਜੋ ਨਰ ਚੁੱਕੇ, ਸੁਆਏ ਜਾਏ ਦੁੱਖ ਪਾਏਗਾ। ਜਿਹੜਾ ਇਸ ਪੌੜੀ ਤੋਂ ਡਿੱਗ ਪਊ ਦੁਬਾਰਾ ਫਿਰ 84 ਲੱਖ ਜੂਨਾਂ 'ਚ ਪੈ ਜਾਊਗਾ। ਇਸ ਕਰਕੇ ਮਨੁੱਖਾ ਜਾਮਾ ਇੱਕੋ ਇੱਕ ਵਾਰੀ ਹੈ। ਉਥੇ ਦੂਸਰਾ ਉਥੇ ਪ੍ਰੇਰਨਾ ਬਖਸ਼ਿਸ਼ ਕੀਤੀ ਹੈ ਕਿ ਇਸ ਵਾਰੀ ਦਾ ਵੱਧ ਤੋਂ ਵੱਧ ਲਾਹਾ ਖੱਟ ਕੇ ਪਰਮੇਸ਼ਰ ਪਿਤਾ ਦੇ ਘਰ ਵਾਪਸ ਜਾਣਾ ਹੈ, ਉਹਦੇ ਵਿੱਚ ਇੱਕਮਿਕ ਹੋ ਜਾਣਾ ਹੈ। ਤੇ ਜਿਸ ਦੀ ਪ੍ਰਾਪਤੀ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਸੰਭਵ ਨਹੀਂ ਹੈ। ਸਤਿਗੁਰੂ ਜੀ ਕਹਿੰਦੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਹੀ ਲਾਭ। ਅਤੇ ਆਤਮਾ ਪ੍ਰਾਤਮਾ ਏਕੋ ਕਰੇ, ਅੰਤਰ ਕੀ ਦੁਬਦਾ ਅੰਤਰ ਮਰੇ। ਸੋ ਸਤਿਗੁਰੂ ਜੀ ਅਵੇਸਲੇ ਜੀਵ ਨੂੰ ਸਮਝਾਉਣਾ ਕਰਦੇ ਹਨ, ਇਹ ਜੀਵ ਆਇਓ ਪੜਨ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਇਹ ਜੀਵ ਤੂੰ ਨਾਮ ਬਾਣੀ ਨੂੰ ਸੁਣਨ ਪੜਨ ਤੇ ਇਸ ਅਨੁਸਾਰ ਜੀਵਨ ਜੀਉਣ ਵਾਸਤੇ ਕਹਿੰਦੇ ਆਇਆ ਹੈ, ਪਰ ਹਉਮੈ ਮਾਇਆ ਦੇ ਮੋਹ ਤੇ ਲਾਲਚ ਅਧੀਨ ਤੂੰ ਪ੍ਰਾਪਤ ਅਨਮੋਲ ਜੀਵਨ ਬਿਰਥਾ ਵਿਅਰਥ ਗਵਾਰਿਆ ਹੈ। ਪਿਆਰ ਨਾਲ ਸਮਝਾਉਂਦੇ ਨੇ ਕਿ ਤੇਰੀ ਜੀਵਨ ਰੂਪੀ ਰਾਤ ਜਿਹੜੀ ਆ ਉਹ ਬਿਰਥ ਬੀਤਦੀ ਜਾ ਰਹੀ ਹੈ ਤੇ ਅੱਗੇ ਨੇੜਾ ਆ ਰਿਹਾ ਹੈ। ਮਾਨਸ ਜਨਮ ਦਾ ਇੱਕੋ ਇੱਕ ਲਾਹਾ ਪਰਮਾਤਮਾ ਦੇ ਸਿਮਰਨ ਦੀ ਬਖਸ਼ਿਸ਼ ਨੂੰ ਪ੍ਰਾਪਤ ਹੋ, ਉਸ ਵਿੱਚ ਅਭੇਦ ਹੋਣਾ ਹੈ। ਇਹ ਭਲਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁਕ ਪਕੜੇ, ਸਭ ਮੁਕਦੀ ਚੱਲੀ ਰਹਿ। ਪਾਤਸ਼ਾਹ ਜੀ ਕਹਿੰਦੇ, 184 ਭ੍ਰਮਤਿਆਂ ਦੁਲਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ, ਸੋ ਦਿਨ ਨੇੜਾ ਆਇਓ ਏ। ਪਰਮੇਸ਼ਰ ਦੇ ਨਾਮ ਨੂੰ ਸੰਭਾਲ। ਇਹ ਜਾਣਦਿਆਂ ਹੋਇਆਂ ਵੀ ਕਿ ਇਸੇ ਵਾਰੀ ਵਿੱਚ ਮਿਲਾਪ ਦਾ ਸੁੱਖ ਪ੍ਰਾਪਤ ਕਰਨਾ ਹੈ, ਤਾਂ ਮੇਰੇ ਮਨ ਤੂੰ ਫਿਰ ਕਿੰਨਾ ਸੋਚਾਂ ਭਰਮਾਂ ਵਿੱਚ ਪਿਆ ਹੋਇਆ ਹੈ, ਸਿਮਰਨ ਕਿਉਂ ਨਹੀਂ ਕਰਦਾ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਸਿਮਰਦਾ ਕਿਉਂ ਨਹੀਂ ਹੈ, ਕਿਉਂ ਤੂੰ ਫਿਰ ਦੂਸਰੇ ਕੰਮਾਂ ਦੇ ਵਿੱਚ ਲੱਗਾ ਹੋਇਆ ਹੈ, ਪਰਮਾਤਮਾ ਦਾ ਨਾਮ ਛੱਡ ਕੇ ਹੋਰਨਾਂ ਦੇ ਨਾਲ ਕਿਉਂ ਮੋਹ ਪਾਇਆ ਹੋਇਆ ਹੈ। ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਕਰ, ਤਾਂ ਤੇ ਗੁਰਮਤਿ ਦਾ ਸਿਧਾਂਤ ਸਪਸ਼ਟ ਹੋਇਆ ਕਿ ਮਨੁੱਖਾ ਜਨਮ ਦਾ ਮਨੋਰਥ
ਕੇਵਲ ਤੇ ਕੇਵਲ ਗੋਬਿੰਦ ਦਾ ਮਿਲਾਪ ਹੈ, ਜਿਸ ਦੀ ਪ੍ਰਾਪਤੀ ਕੇਵਲ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਹੀ ਹੋ ਸਕਦੀ ਹੈ। ਹੋਰ ਦੂਸਰਾ ਕੋਈ ਵੀ ਜਿਹੜਾ ਹੈ ਉਹ ਰਸਤਾ ਨਹੀਂ ਹੈ। ਹੋਰ ਕੋਈ ਵੀ ਦੂਸਰਾ ਕਿ ਹੋਰ ਗੁਰਮਤਿ ਦੇ ਵਿੱਚ ਨਾਮ ਤੋਂ ਬਗੈਰ ਪ੍ਰਭੂ ਦੀ ਜਿਹੜੀ ਹੈ ਪ੍ਰਾਪਤੀ ਨਹੀਂ ਦੱਸੀ ਗਈ। ਹੋਰ ਕੋਈ ਵੀ ਕੀਤੇ ਹੋਏ ਕਰਮ ਜਿਹੜੇ ਨੇ, ਧਰਮ ਦੇ ਕਰਮ ਸਾਧਨ ਜਿਹੜੇ ਨੇ, ਉਹ ਮਨੁੱਖ ਨੂੰ ਪਰਮਾਤਮਾ ਦੇ ਨਾਲ ਨਹੀਂ ਮਿਲਾ ਸਕਦੇ ਬਿਨਾਂ ਸਿਮਰਨ ਤੋਂ। ਪਾਤਸ਼ਾਹ ਜੀ ਕਹਿੰਦੇ ਨਾਮ ਸਿਮਰ, ਨਾਮ ਸਿਮਰ ਇਹ ਹੈ ਤੇਰਾ ਖਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ। ਇਸ ਕਰਕੇ ਨਾਮ ਸਿਮਰ, ਵਾਹਿਗੁਰੂ ਵਾਹਿਗੁਰੂ ਧਿਆ, ਤਾਂ ਤੇ ਤੇਰਾ ਮਨੁੱਖਾ ਜਨਮ ਜਿਹੜਾ ਹੈ ਉਹ ਸਫਲਾ ਹੋ ਜਾਏ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹ ਪਤਾ ਲੱਗ ਗਿਆ ਕਿ ਮਨੁੱਖਾ ਦੇਈ ਜਿਹੜੀ ਉਹ ਸਿਰਫ ਗੋਬਿੰਦ ਦੇ ਮਿਲਾਪ ਵਾਸਤੇ, ਪਰਮਾਤਮਾ ਦੇ ਮਿਲਾਪ ਵਾਸਤੇ ਸਾਨੂੰ ਜਿਹੜੀ ਹੈ ਉਹ ਮਿਲਣਾ